ਲੁਧਿਆਣਾ ਖਬਰਨਾਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਕੇਂਦਰੀ ਬਜਟ ਨੂੰ ਲੈ ਕੇ ਵਪਾਰੀਆਂ ਨੇ ਦਿੱਤੀ ਮਿਲੀ ਜੁਲੀ ਪ੍ਰਤੀਕਿਰਿਆ। ਕੁਝ ਵਪਾਰੀ ਖੁਸ਼ ਤੇ ਕੁਝ ਬਜਟ ਤੋਂ ਦਿਖੇ ਨਾਖੁਸ਼। ਸਟੀਲ ਵਪਾਰੀਆਂ ਤੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਮਿਲੀ ਰਾਹਤ। ਕਿਸਾਨਾਂ ਦੇ ਸਮਰਥਨ 'ਚ ਆਏ ਵਕੀਲ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ। ਦਿੱਲੀ 'ਚ ਲਾਪਤਾ ਕਿਸਾਨ ਪਰਿਵਾਰਾਂ ਦੀ ਮਦਦ ਦਾ ਐਲਾਨ। ਕਿਸਾਨਾਂ ਦੀ ਮੁਫਤ ਕਾਨੂੰਨੀ ਮਦਦ ਦਾ ਕੀਤਾ ਵਕੀਲਾਂ ਨੇ ਐਲਾਨ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕੱਸੀ ਕਮਰ। ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ। 3 ਫਰਵਰੀ ਤੱਕ ਭਰੀਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ। ਸਿਆਸੀ ਜਗਤ ਦੇ ਵਿੱਚ ਸੋਗ ਦੀ ਲਹਿਰ। ਈਸਟ ਲੁਧਿਆਣਾ ਤੋਂ ਵਿਧਾਇਕ ਸੰਜੇ ਤਲਵਾਰ ਦੀ ਪਤਨੀ ਮੀਨੂ ਤਲਵਾਰ ਦਾ ਹੋਇਆ ਦੇਹਾਂਤ। ਦੁਪਹਿਰ 3 ਵਜੇ ਕੀਤਾ ਜਾਵੇਗਾ ਅੰਤਿਮ ਸੰਸਕਾਰ। ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਂਦਰ ਦੇ ਬਜਟ ਦੀ। ਕੇਂਦਰੀ ਬਜਟ ਨੂੰ ਲੈ ਕੇ ਵਪਾਰੀਆਂ ਦੀ ਪ੍ਰਤੀਕਿਰਿਆ ਆ ਰਹੀ ਹੈ। ਕੁਝ ਵਪਾਰੀ ਇਸ ਮਾਮਲੇ ਦੇ ਵਿੱਚ ਖੁਸ਼ ਤੇ ਕੁਝ ਬਜਟ ਤੋਂ ਨਾਖੁਸ਼ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਸਟੀਲ ਤੇ ਇੰਪੋਰਟ ਡਿਊਟੀ ਹਟਾ ਕੇ ਸਰਕਾਰ ਨੇ ਵਪਾਰੀਆਂ ਨੂੰ ਰਾਹਤ ਦਿੱਤੀ ਹੈ। ਪ੍ਰਾਪਰਟੀ ਡਿਵੈਲਪਰਸ ਨੂੰ ਵੀ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਜੋ ਚੈਂਬਰ ਨੇ ਡਿਮਾਂਡ ਕੀਤੀਆਂ ਉਹਦੇ 'ਚ ਕਈ ਸਾਡੀਆਂ ਮੰਗਾਂ ਮੰਨੀਆਂ ਗਈਆਂ ਔਰ ਅਸੀਂ ਇਸ ਬਜਟ ਨੂੰ ਮੈਂ ਸਮਝਦਾ ਵੀ 100 ਚੋਂ 60 ਦੇ ਕਰੀਬ ਨੰਬਰ ਦਿੰਦੇ ਆ, ਕਿਉਂਕਿ ਇੱਕ ਚੈਂਬਰ ਦੀ ਬਹੁਤ ਵੱਡੀ ਡਿਮਾਂਡ ਸੀ ਵੀ ਜਿਹੜੀ MSME ਹੈ ਉਹਦਾ ਬਜਟ ਸਿਰਫ 7400 ਕਰੋੜ ਸੀ ਤੇ ਸਰਕਾਰ ਨੂੰ ਅਸੀਂ ਡਿਮਾਂਡ ਕੀਤੀ ਸੀ ਵੀ ਇਹਨੂੰ ਵਧਾ ਕੇ 3 ਗੁਣਾ ਕੀਤਾ ਜਾਏ। ਸਰਕਾਰ ਨੇ 3 ਗੁਣਾ ਤਾਂ ਨਹੀਂ ਕੀਤਾ, ਇਹਨੂੰ 15000 ਕਰੋੜ MSME ਦਾ ਬਜਟ ਕਰ ਦਿੱਤਾ। ਔਰ ਜੋ ਕਿ ਅਸੀਂ ਡਿਮਾਂਡ ਕਰਦੇ ਸੀ ਕਿ ਇੰਡਸਟਰੀ ਨੂੰ ਘੱਟ ਰੇਟ ਤੇ ਘੱਟ ਵਿਆਜ ਤੇ ਮਸ਼ੀਨਰੀ ਲਈ ਲੋਨ ਮਿਲਣ ਔਰ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਬੰਦ ਪਈਆਂ ਸੀ MSME ਡਿਪਾਰਟਮੈਂਟ ਦੀਆਂ ਉਹ ਇਹਦੇ ਨਾਲ ਚੱਲ ਸਕਣਗੀਆਂ। ਇਸ ਤੋਂ ਇਲਾਵਾ ਸਟੀਲ ਇੱਕ ਬੜਾ ਵੱਡਾ ਭਖਦਾ ਮੁੱਦਾ ਹੈ। ਸਟੀਲ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਆ ਪਿਛਲੇ 6 ਮਹੀਨੇ ਦੇ ਵਿੱਚ। ਸਰਕਾਰ ਨੇ ਜਿਹੜੀ ਸਟੀਲ ਤੇ ਇੰਪੋਰਟ ਡਿਊਟੀ ਘੱਟ ਕਰ ਦਿੱਤੀ ਹੈ ਔਰ ਇਹਦੇ ਤੇ ਸਟੀਲ ਸਕ੍ਰੈਪ ਤੇ ਵੀ ਡਿਊਟੀ ਘੱਟ ਕਰ ਦਿੱਤੀ ਹੈ। ਇਹਦੇ ਨਾਲ ਸਟੀਲ ਦੇ ਰੇਟ ਡਾਊਨ ਆਣਗੇ। ਇੱਕ ਤੀਸਰਾ ਬਹੁਤ ਵੱਡਾ ਮੁੱਦਾ ਹੈ ਜਿਹੜਾ ਵਰਕਰ ਹਾਊਸਿੰਗ ਦਾ। ਉਹ ਸਰਕਾਰ ਨੇ ਉਹਦੇ 'ਚ ਜੇ ਕੋਈ ਵਰਕਰਸ ਹੈ ਜਿਹੜੇ ਉਹ ਬੜੇ ਖਰਾਬ ਹਾਲਤ ਵਿੱਚ ਘਰਾਂ 'ਚ ਰਹਿੰਦੇ ਆ ਔਰ ਜੇ ਕੋਈ ਲੋ ਕਾਸਟ ਹਾਊਸ ਬਣਾ ਕੇ ਰੈਂਟ ਤੇ ਦੇਵੇਗਾ, ਕਿਉਂਕਿ ਬਜਟ ਦੀਆਂ ਡਿਟੇਲਸ ਆਣੀਆਂ ਬਟ ਵੀ ਅਜ਼ਿਊਮਡ ਫਰੋਮ ਦਾ ਸਪੀਚ ਆਫ ਆਨਰੇਬਲ ਫਾਈਨਾਂਸ ਮਿਨਿਸਟਰ ਕਿ ਉਹ ਜੇ ਕੋਈ ਘਰ ਬਣਾ ਕੇ ਦੇਵੇਗਾ ਤਾਂ ਉਹਦੇ ਤੇ ਜਿਹੜਾ ਟੈਕਸ ਐਗਜ਼ੈਂਪਸ਼ਨ ਮਿਲੇਗੀ ਜਾਂ ਘੱਟ ਟੈਕਸ ਪਏਗਾ। ਇਹਦੇ ਨਾਲ ਜਿਹੜੀ ਇੱਕ ਤਾਂ ਝੁੱਗੀਆਂ ਝੌਂਪੜੀਆਂ ਖਤਮ ਹੋਣਗੀਆਂ, ਇੱਕ ਜਿਹੜੇ ਸਾਡੇ ਵਰਕਰਸ ਹੈ ਉਹਨਾਂ ਦੀਆਂ ਲਿਵਿੰਗ ਕੰਡੀਸ਼ਨ ਇੰਪਰੂਵ ਹੋਣਗੀਆਂ ਔਰ ਇਹਦੇ ਨਾਲ प्रोडक्टिविटी बढ़ेगी। एक मॉडर्नाइजेशन स्कीम हम मांग रहे थे और एक कैपिटल लिंक सब्सिडी स्कीम जो डिसकंटिन्यू हो गई है उसको कंटिन्यू करने के लिए हमारी जो डिमांड थी वो अभी समझते हैं पूरी नहीं हुई है। बिना इन पुरानी स्कीम्स को स्टार्ट किए हुए और बिना कोई MSME को और पुश किए हुए या कोई और उनको इनकरेज करने के लिए स्कीम जब तक नहीं आएगी तो जो MSME सेक्टर है वो ज़्यादा उठ नहीं पाएगा। और हमने फील किया है कि कोविड के दौरान जो 1 लाख से ऊपर पंजाब का जो MSME यूनिट्स हैं उसमें से मोर देन 20-25% जो यूनिट्स हैं दे हैव शट डाउन। और एक हमारी बहुत जो स्पेसिफिक डिमांड थी वो थी टू प्रोवाइड इजी फाइनेंसिंग टू MSME सेक्टर, जो कि नहीं अभी तक वो मानने में नहीं आई है। RBI पासिस ऑन द स्कीम्स, बड़ी अच्छी स्कीम्स लेके आते हैं लेकिन बैंक्स फेल टू फॉरवर्ड दो स्कीम्स एंड गिव बेनिफिट्स, डायरेक्ट बेनिफिट्स टू द इंडस्ट्री। ये कई सालों से हमारी डिमांड है सरकार से और वो भी अभी एड्रेस नहीं हुई है। वी वुड रिक्वेस्ट फाइनेंस मिनिस्टर वंस अगेन कि कोई ऐसा स्पेसिफिक स्कीम, एक स्पेसिफिक कमेटी फॉर्म की जाए कि जो भी बैंक्स को गाइडलाइंस दी जाती हैं, रूल्स दिए जाते हैं वो इमीडिएटली इम्प्लीमेंट किए जाएँ। इफ़ यू लुक एट द रेपो रेट ऑल्सो, जो भी रेपो रेट सरकार ठीक करती है उसको इंडस्ट्री को प्रमोट करने के लिए बैंक्स वो अपने NPAs को एडजस्ट करने में लगे रहते हैं और द बेनिफिट्स आर नॉट पास्ड ऑन टू द इंडस्ट्री। तो कुछ ऐसे पॉइंट्स हैं जिनको हम चाहते हैं विच आर टू बी फोकस्ड इमीडिएटली, जिसके ऊपर सरकार की अटेंशन इमीडिएटली रिक्वायर्ड है। वी विल टेक अप दोज इशूज ड्यूरिंग द कोर्स ऑफ टाइम विद द गवर्नमेंट। ओवरऑल इफ यू लुक एट द इन टोटलिटी दिस इज अ पॉजिटिव बजट विच इज़ प्रो इंडस्ट्री बजट।
ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ ਨੇ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ ਕੀਤਾ ਹੈ, ਜਿਸ ਦਾ ਮੈਮੋਰੰਡਮ ਬਣਾ ਕੇ ਉਹਨਾਂ ਨੇ ਲੁਧਿਆਣਾ ਦੇ ਡੀਸੀ ਨੂੰ ਵੀ ਸੌਂਪਿਆ ਹੈ। ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਹੈ ਕਿ 26 ਜਨਵਰੀ ਦੌਰਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਵਿੱਚ ਕਈ ਕਿਸਾਨਾਂ ਤੇ FIR ਦਰਜ ਕੀਤੀ ਗਈ ਸੀ ਤੇ ਕਈ ਕਿਸਾਨ ਲਾਪਤਾ ਵੀ ਹੋ ਗਏ ਸਨ। ਉਹਨਾਂ ਦੇ ਪਰਿਵਾਰਾਂ ਦੀ ਕਾਨੂੰਨੀ ਤੌਰ ਤੇ ਬਾਰ ਐਸੋਸੀਏਸ਼ਨ ਦੁਆਰਾ ਹਰ ਸੰਭਵ ਮਦਦ ਕੀਤੀ ਜਾਵੇਗੀ। ਇੱਕ ਅਸੀਂ ਜਿਹੜਾ 26 ਤਰੀਕ ਨੂੰ ਜੋ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਆਪਣੇ ਕੇਂਦਰ ਸਰਕਾਰ ਨੇ ਦਿੱਲੀ ਦੇ ਵਿੱਚ, ਉਹ ਜਿਵੇਂ ਸਭ ਦੇ ਸਾਹਮਣੇ ਹੈ ਕਿ ਕਿਵੇਂ ਉਹਨਾਂ ਦੇ ਇੱਕ ਕਨਸਪੀਰੇਸੀ ਕਰਦੇ ਹੋਏ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਔਰ ਅੱਜ ਤੱਕ ਬਹੁਤ ਸਾਰੇ ਕਿਸਾਨ ਆ ਜਿਹੜੇ ਹਲੇ ਤੱਕ ਉਹ ਲੱਭ ਨਹੀਂ ਰਹੇ, ਉਹ ਮਿਸਿੰਗ ਨੇ। ਉਹਨਾਂ ਦੇ ਬਹੁਤ ਸਾਰੇ ਜਿਹੜੇ FIRs ਵੀ ਰਜਿਸਟਰ ਕੀਤੀਆਂ ਨੇ ਕਿਸਾਨਾਂ ਦੇ ਖਿਲਾਫ। ਉਹ ਕਿਸਾਨਾਂ ਨੂੰ ਇੱਕ ਲੀਗਲ ਜਿਹੜੀ ਸਰਵਿਸਿਜ਼ ਫ੍ਰੀ ਸਰਵਿਸਿਜ਼ ਦੇਣ ਦੇ ਲਈ ਵੀ ਅਸੀਂ ਆਪਣੀ ਇੱਕ ਟੀਮ ਦਾ ਗਠਨ ਕੀਤਾ। ਸੋ ਅੱਜ ਅਸੀਂ ਇਹ ਸਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਅੱਜ ਇੱਥੇ DC ਸਾਹਿਬ ਨੂੰ ਇਹ ਮੈਮੋਰੰਡਮ ਦੇਣ ਆਏ ਹਾਂ ਤਾਂ ਕਿ ਜਿਹੜੀ ਅੰਨੀ ਬੋਲੀ ਜਿਹੜੀ ਕੇਂਦਰ ਸਰਕਾਰ ਆ ਉਹਦੇ ਕੰਨਾਂ ਤੱਕ ਸਾਡਾ ਜਿਹੜਾ ਸੁਨੇਹਾ ਜਾ ਸਕੇ। ਇੱਕ ਜਿਹੜਾ 26 ਨਵੰਬਰ ਨੂੰ ਇਨਸੀਡੈਂਟ ਹੋਇਆ, ਉਹ ਹੁਣ ਮੀਡੀਆ ਦੇ ਰਾਹੀਂ ਸਾਰਾ ਜੱਗ ਜ਼ਾਹਰ ਹੈ। 26 ਜਨਵਰੀ ਨੂੰ ਜਿਹੜਾ ਮੀਡੀਆ ਉੱਥੇ ਇਨਸੀਡੈਂਟ ਹੋਇਆ ਲਾਲ ਕਿਲੇ ਦੇ ਉੱਤੇ, ਉਹ ਹੁਣ ਮੀਡੀਆ ਦੇ ਰਾਹੀਂ ਸਾਰਾ ਜੱਗ ਜ਼ਾਹਰ ਹੈ ਕਿ ਸਾਰੀ ਉਹ ਇੱਕ ਸਕ੍ਰਿਪਟਡ ਪਲੇ ਸੀ BJP ਦਾ। ਉਹਦੇ ਵਿੱਚ ਜਿਹੜੇ ਬੰਦੇ ਲਾਪਤਾ ਹੋਏ ਨੇ, ਜਿਹੜੀਆਂ FIRਾਂ ਹੋਈਆਂ ਨੇ, ਉਹਨਾਂ ਦੀ ਕਾਨੂੰਨੀ ਸਲਾਹ ਦੇਣ ਲਈ, ਕਾਨੂੰਨੀ ਕੇਸ ਲੜਨ ਲਈ ਵੀ ਇੱਕ ਟੀਮ ਬਣਾਈ ਹੈ DBA ਨੇ, ਜਿਹੜੀ ਦਿੱਲੀ ਜਾ ਕੇ ਪੈਰਵੀ ਕਰੂਗੀ। ਇਹ ਸਾਰਾ ਮਤਾ ਅਸੀਂ ਅੱਜ ਇੱਥੇ ਦੇਣ ਆਏ ਹਾਂ ਤੇ ਆਸ ਕਰਦੇ ਹਾਂ ਕਿ ਇਹ ਮੈਮੋਰੰਡਮ ਸਾਡਾ ਜਦੋਂ ਉੱਥੇ ਪਹੁੰਚੂਗਾ ਤਾਂ ਸਰਕਾਰ ਜ਼ਰੂਰ ਇਹਨਾਂ ਮੈਮੋਰੰਡਮਸ ਦੇ ਉੱਤੇ ਗੌਰ ਕਰਦੀ ਹੋਈ ਇਹ ਕਾਲੇ ਕਾਨੂੰਨ ਜ਼ਰੂਰ ਵਾਪਸ ਲਵੇਗੀ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਰਾਏਕੋਟ ਨਗਰ ਕੌਂਸਲ ਚੋਣਾਂ ਦੇ ਲਈ ਰਾਏਕੋਟ ਵਿਖੇ 3 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਇਸ ਮੌਕੇ ਰਿਟਰਨਿੰਗ ਅਫਸਰ ਡਾਕਟਰ ਹਿਮਾਂਸ਼ੂ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅੱਜ 3 ਆਜ਼ਾਦ ਉਮੀਦਵਾਰਾਂ ਵੱਲੋਂ ਵਾਰਡ ਨੰਬਰ 3 ਤੋਂ ਰੋਵਿਤਾ ਗਰਗ, ਪਤਨੀ ਕਪਿਲ ਗਰਗ, ਵਾਰਡ ਨੰਬਰ 12 ਤੋਂ ਗੁਰਸੇਵਕ ਸਿੰਘ ਮਿੱਠਾ ਅਤੇ ਵਾਰਡ ਨੰਬਰ 13 ਤੋਂ ਕਮਲਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਉਹਨਾਂ ਨੇ ਕਿਹਾ ਕਿ 3 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਤੇ 4 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਕੰਮ ਜਿਹੜਾ ਹੈਗਾ ਨਗਰ ਕੌਂਸਲ ਰਾਏਕੋਟ ਦੇ ਇਲੈਕਸ਼ਨਾਂ ਲਈ ਬਹੁਤ ਸ਼ਾਂਤੀਪੂਰਵਕ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਅੱਜ ਤਰੀਕ 1 ਫਰਵਰੀ 2021 ਨੂੰ ਹੁਣ ਤੱਕ 3 ਨੋਮੀਨੇਸ਼ਨ ਪੱਤਰ ਸਾਨੂੰ ਰਿਸੀਵ ਹੋ ਚੁੱਕੇ ਨੇ। ਤਿੰਨੋਂ ਹੀ ਨੋਮੀਨੇਸ਼ਨ ਆਜ਼ਾਦ ਕੈਂਡੀਡੇਟਾਂ ਵੱਲੋਂ ਅੱਜ ਪੇਸ਼ ਕੀਤੇ ਗਏ। ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਨੂੰ ਸਕਰੂਟਨੀ ਦਾ ਟਾਈਮ 4 ਤਰੀਕ ਨੂੰ ਸਵੇਰੇ 11 ਵਜੇ ਤੱਕ ਦੇ ਦਿੱਤਾ ਗਿਆ ਹੈ ਜੀ। ਬਾਕੀ ਦੀ ਪ੍ਰਕਿਰਿਆ ਦਾ ਕਿਵੇਂ ਪ੍ਰੋਗਰਾਮ? ਪ੍ਰਕਿਰਿਆ ਬਹੁਤ ਵਧੀਆ ਚੱਲ ਰਹੀ ਹੈਗੀ ਹੈ। ਸਾਰੀ ਪੋਲਿੰਗ ਪਾਰਟੀਆਂ ਜਿਹੜੀਆਂ ਉਸ ਦਿਨ ਸਾਡੇ ਕੋਲ ਆਉਣਗੀਆਂ ਇਲੈਕਸ਼ਨਾਂ ਕਰਾਉਣ ਵਾਸਤੇ, ਉਹਨਾਂ ਦੀ ਪਹਿਲੀ ਰਿਹਰਸਲ ਵੀ ਸਾਡੇ ਵੱਲੋਂ ਕਰਾ ਦਿੱਤੀ ਗਈ ਹੈਗੀ ਹੈ। ਕੱਲ੍ਹ SGD ਸਕੂਲ ਦੇ ਵਿੱਚ ਉਹਨਾਂ ਦੀ ਰਿਹਰਸਲ ਕਰਾਈ ਗਈ ਸੀ। ਉਹਨਾਂ ਦੀ ਸੈਕੰਡ ਰਿਹਰਸਲ ਹੁਣ 7 ਤਰੀਕ ਨੂੰ ਹੋਣੀ ਹੈ। ਨੋਮੀਨੇਸ਼ਨ ਦੇ ਜਿਹੜੀ ਡੇਟ ਹੈਗੀ ਉਹ 3 ਤਰੀਕ ਨੂੰ ਸ਼ਾਮ ਦੇ 3 ਵਜੇ ਤੱਕ ਚੱਲਣੀ ਹੈ ਔਰ ਉਹ ਤੋਂ ਬਾਅਦ ਵਿਡਰੋਲ ਔਰ ਉਹ ਤੋਂ ਬਾਅਦ ਸਕਰੂਟਨੀ ਔਰ ਵਿਡਰੋਲ ਤੋਂ ਬਾਅਦ ਫਾਈਨਲ ਨੋਮੀਨੇਸ਼ਨ ਲਿਸਟ ਤਿਆਰ ਹੋ ਜਾਵੇਗੀ। ਨਗਰ ਨਿਗਮ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਹੁਣ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਰਾਏਕੋਟ ਨਗਰ ਕੌਂਸਲ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਉਮੀਦਵਾਰ ਪੂਰੇ ਜੋਸ਼ ਵਿੱਚ ਨੇ ਤੇ ਇਸ ਵਾਰ ਪਾਰਟੀ ਜ਼ਰੂਰ ਜਿੱਤ ਹਾਸਲ ਕਰੇਗੀ। ਸਾਰੇ ਨਾ ਕੈਂਡੀਡੇਟ ਨੂੰ ਅਨਾਉਂਸ ਕੀਤਾ ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜਾਂਗੇ। ਬਾਕੀ ਦੀਆਂ ਸੀਟਾਂ ਸਾਂਝੇ ਮੋਰਚੇ ਦੇ ਉਮੀਦਵਾਰ ਨੇ ਜਿਹੜੇ ਜਿਨ੍ਹਾਂ ਨਾਲ ਸਮਝੌਤਾ ਹੋਇਆ, ਜਿਨ੍ਹਾਂ ਦੇ ਵਿੱਚ ਕੋਈ BJP ਨਾਲ ਕੋਈ ਸਮਝੌਤਾ ਨਹੀਂ ਹੋਏਗਾ, ਡੈਮੋਕ੍ਰੈਟਿਕ ਅਕਾਲੀ ਦਲ ਨਾਲ ਨਹੀਂ ਹੋਏਗਾ, ਕੋਈ ਕਾਂਗਰਸ ਨਾਲ ਨਹੀਂ ਹੋਏਗਾ। ਸੋ ਇਹ ਸਾਡੇ ਸਾਰੇ ਉਮੀਦਵਾਰ ਸਾਰੇ 15 ਅਸੀਂ ਇੱਥੇ ਮਤਲਬ ਅਨਾਉਂਸ ਕੀਤੇ ਨੇ ਤੇ ਸਾਰਾ ਸ਼੍ਰੋਮਣੀ ਦਲ ਇਕਮੁੱਠ ਹੋ ਕੇ ਇਹਨਾਂ ਚੋਣਾਂ ਨੂੰ ਲੜੇਗਾ ਅਤੇ ਅਸੀਂ ਪੂਰੀ ਜਿੱਤ ਪ੍ਰਾਪਤ ਕਰਾਂਗੇ। ਜਿੰਨੇ ਕੈਂਡੀਡੇਟ ਤੁਸੀਂ ਅਨਾਉਂਸਮੈਂਟ ਕੀਤੇ ਕਿ ਇਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਹੀ ਲੜਨਗੇ? ਇਹ ਅਕਾਲੀ ਦਲ ਦੇ ਚੋਣ ਵਿੱਚ ਬਦਲਣਾ ਜਿਹੜੇ ਸਾਰੇ ਅਨਾਉਂਸ ਕੀਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਨਗੇ, ਜਿਹੜੇ ਸਾਂਝੇ ਮੋਰਚੇ ਵਾਲੇ ਨੇ ਆਪਦੇ ਨਿਸ਼ਾਨ ਤੇ ਲੜਨਗੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਦਾ ਰਵੱਈਆ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਕਾਂਗਰਸੀ ਮੈਂਬਰਾਂ ਵੱਲੋਂ ਕਿਸਾਨੀ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਨਾਲ ਹੀ ਕਿਹਾ ਕਿ ਗਾਜ਼ੀਪੁਰ ਸਰਹੱਦ ਦੀਆਂ ਹਾਲ ਦੀਆਂ ਘਟਨਾਵਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਅੰਦੋਲਨ ਇੱਕ ਵਿਸ਼ਾਲ ਜਨ ਅੰਦੋਲਨ ਹੈ ਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ। ਅਸੀਂ ਇਕੋਨਮੀ ਤੇ ਅਸੀਂ ਕਰੋਨਾ ਤੇ ਚਾਈਨਾ ਇਸ਼ੂ ਤੇ ਹਰ ਇਸ਼ੂ ਤੇ ਸਰਕਾਰ ਨੂੰ ਘੇਰਨਾ, ਖਾਸ ਕਰ ਸਭ ਤੋਂ ਵੱਡਾ ਜਿਹੜਾ ਫਾਰਮਰ ਐਜੀਟੇਸ਼ਨ ਚੱਲ ਰਿਹਾ, ਫਾਰਮ ਬਿੱਲ ਦਾ 3 ਜਿਹੜੇ ਨੇ ਕਾਲੇ ਕਾਨੂੰਨ, ਉਹਨਾਂ ਪ੍ਰੈਸ਼ਰ ਬਣਾਉਣਾ ਕਿ ਤੁਸੀਂ ਤਿੰਨੇ ਵਾਪਸ ਲਓ। ਇਹ ਸਾਰੀਆਂ ਗੱਲਾਂ ਮੈਂ ਕਹਿਣ ਅੱਜ ਆਇਆ ਹੈਗਾ
क्योंकि अज मैं बस हुण निकल जाना, कल तो पार्लीमेंट रेगूलर शुरू आ। पहला दिन सिर्फ राष्ट्रपति जी का भाषण हुंदा, कल तो बजट होगा, पर फिर रेगूलर काम शुरू हो जाएगा। ਮਾਮਲਾ ਲੁਧਿਆਣਾ ਦੇ ਟ੍ਰੇਡ ਸੈਂਟਰ ਦਾ ਹੈ, ਜਿੱਥੇ ਕੁਝ ਉਮੀਦਵਾਰ ਕੋਟਕਪੂਰਾ ਤੋਂ ਆਪਣਾ ਰੇਲਵੇ ਦਾ ਪੇਪਰ ਦੇਣ ਲਈ ਆਏ ਸਨ। ਜਦੋਂ ਸੈਂਟਰ ਦੇ ਵਿੱਚ ਉਹ ਗਏ ਤਾਂ ਦੇਖਿਆ ਕਿ ਕਈ ਉਮੀਦਵਾਰਾਂ ਦਾ ਪਹਿਲਾਂ ਤੋਂ ਹੀ ਪੇਪਰ ਚੱਲ ਰਿਹਾ ਹੈ। ਕੋਟਕਪੂਰਾ ਦੇ ਉਮੀਦਵਾਰਾਂ ਨੇ ਕਿਹਾ ਹੈ ਕਿ ਜਦੋਂ ਕੰਪਿਊਟਰ ਤੇ ਲੌਗਇਨ ਕੀਤਾ ਗਿਆ ਤਾਂ ਲੌਗਇਨ ਵੀ ਨਹੀਂ ਹੋਇਆ ਤੇ ਇੱਕ ਉਮੀਦਵਾਰ ਦਾ ਤਾਂ ਖੁਦ ਬ ਖੁਦ ਕੰਪਿਊਟਰ ਚੱਲ ਰਿਹਾ ਸੀ। ਇਸ ਬਾਰੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਪੇपर कैंसिल कर दिता गया। बस अब पेपर देने खातर आए थे हम तो कोटकपूरा थे। यहाँ पे पहला बंदा जैसे रिपोर्टिंग टाइम था 7:30 बजे का एंट्री का, 8:30 बजे यहाँ पे एंट्री करवाई थी। ठीक है, एंट्री करवाई हमारी, जाके आगे लाइन लग गई, आगे जाने नहीं दे रहे थे। ठीक है, आगे पहले से अंदर गए थे बंदे। ठीक है, उनका पेपर पहले ही चल रहा था। हम जैसे जाके देखा ना, हमारी लॉगिन आईडी तो पासवर्ड वगैरह डाला हमने, हमारी बायोमेट्रिक बने हुआ, तो सिस्टम जो सबमिट नहीं कर रहा था, एक्सेप्ट नहीं कर रहा था। साथ में किसी एक बंदे ने देखा उठ के, तो उसका पेपर अपने आप ही चल रहा था, तो उसने हंगामा कर दिया। उसके बाद हो गया, तुरंत फुटेज होना था। बाद जी पहले बंदे बैठाए हुए थे 30-40 क्वेश्चन, मतलब उनका कंप्यूटर पहले ही खुल गया था। और जब हम बैठे, हमारा लॉगिन करने के बाद सारा बायोडाटा पासवर्ड डालने के बाद में भी खुल नहीं रहा था हमारा। फिर वो खड़े रहे आधा पौन घंटा अंदर ही, ऐसे ही बंदे कहते रहे, फिर वो भी कुछ नहीं कह रहे। और मतलब इसके बाद फिर उन्होंने बाहर नोटिस बोर्ड पर लगा दिया कि एग्ज़ाम आपका ये कैंसिल कर दिया गया है। क्या कारण क्या रहा है कैंसिल होने का? मतलब टेक्निकल प्रॉब्लम बताया था जी। ਲੁਧਿਆਣਾ ਦੇ ਸ਼੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 29 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਇਨਾਮ ਵੰਡ ਸਮਾਰੋਹ ਵੀ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਵਾਈਸ ਚੇਅਰਮੈਨ ਪ੍ਰੀਤ ਸਿੰਘ ਮੁੰਡੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਅਤੇ ਅੰਡਰ 19 ਦੇ ਲੜਕੇ ਲੜਕੀਆਂ ਦੀਆਂ ਕੁੱਲ 35 ਟੀਮਾਂ ਨੇ ਭਾਗ ਲਿਆ। ਡਿਸਟ੍ਰਿਕਟ ਬਾਸਕਟਬਾਲ ਚੈਂਪੀਅਨਸ਼ਿਪ ਜਿਹੜੀ 29 ਤਰੀਕ ਤੋਂ ਸ਼ੁਰੂ ਹੋਈ ਸੀਗੀ, ਹੁਣੇ ਖਤਮ ਹੋਈ ਆ, ਜਿਹਦੇ ਵਿੱਚ ਅੱਡ ਵਰਗ ਦੀਆਂ 17 ਸਾਲ ਤੋਂ ਛੋਟੇ ਬੱਚੇ, 19 ਸਾਲ ਤੋਂ ਛੋਟੇ ਮੁੰਡੇ ਕੁੜੀਆਂ, ਇਹਨਾਂ ਦੀ ਇਹ ਡਿਸਟ੍ਰਿਕਟ ਚੈਂਪੀਅਨਸ਼ਿਪ ਸੀਗੀ, ਜਿਹਦੇ ਵਿੱਚ ਲਗਭਗ 35 ਟੀਮਾਂ ਨੇ ਪਾਰਟਿਸਿਪੇਟ ਕੀਤਾ। ਔਰ ਅੱਜ ਦੇ ਸਾਡੇ ਮੁੱਖ ਮਹਿਮਾਨ ਪ੍ਰੀਤ ਸਿੰਘ ਮੁੰਡੀ, ਸਾਡੇ ਉਹ ਵਾਈਸ ਪ੍ਰੈਜ਼ੀਡੈਂਟ ਵੀ ਨੇ, ਬਾਸਕਟਬਾਲ ਪਲੇਅਰ ਨੇ, ਉਹਨਾਂ ਦੇ ਬੱਚਿਆਂ ਨੂੰ ਆ ਕੇ ਆਸ਼ੀਰਵਾਦ ਦਿੱਤਾ, ਮੈਡਲ ਸੈਰੇਮਨੀ ਕੀਤੀ, ਇਨਾਮ ਦਿੱਤੇ, ਟਰੋਫੀਆਂ ਦਿੱਤੀਆਂ। ਅਤੇ ਬਹੁਤ ਹੀ ਬੱਚਿਆਂ ਦੇ ਵਿੱਚ ਇਹਦਾ ਉਤਸ਼ਾਹ ਸੀਗਾ। ਔਰ ਅਸੀਂ ਇੱਥੇ ਬੜੀ ਜਲਦੀ ਸਟੇਟ ਚੈਂਪੀਅਨਸ਼ਿਪ ਵੀ ਜਿਹੜੀ ਹੈਗੀ ਕਰਾਉਣ ਬਾਰੇ ਸੋਚ ਰਹੇ ਹਾਂ। ਹੁਣੇ ਅਸੀਂ ਸਾਰੀ ਕਮੇਟੀ ਨਾਲ ਸਲਾਹ ਕੀਤੀ ਆ, ਥੋੜ੍ਹੀ ਦਿਨਾਂ ਵਿੱਚ ਅਸੀਂ ਉਹਦੀਆਂ ਡੇਟਾਂ ਵੀ ਅਨਾਊਂਸ ਕਰਾਂਗੇ। ਉਹ ਇੱਕ ਸੈਂਟਰ ਹਿੰਦੁਸਤਾਨ ਦਾ ਬਿਹਤਰੀਨ ਸੈਂਟਰ ਆ। ਆਲ ਇੰਡੀਆ ਰੰਗਰੇਟਾ ਦਲ ਗਿਆਨੀ ਕਰਨੈਲ ਸਿੰਘ ਗੰਭੀਰ ਦੀ ਅਗਵਾਈ ਹੇਠ ਹਲਕਾ ਦੱਖਣੀ ਦੀ ਯੂਥ ਦੀ ਟੀਮ ਤਿਆਰ ਕੀਤੀ ਗਈ ਹੈ, ਜਿਸ ਦੇ ਵਿੱਚ ਨਰਿੰਦਰ ਸਿੰਘ ਰਿੱਕੀ ਨੂੰ ਹਲਕਾ ਦੱਖਣੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਤੇ ਪ੍ਰਿੰਸ ਨੂੰ ਹਲਕਾ ਦੱਖਣੀ ਦਾ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਹੈ। ਨਰਿੰਦਰ ਸਿੰਘ ਰਿੱਕੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਆਪਣੀ ਜਥੇਬੰਦੀ ਦੇ ਅਸੂਲਾਂ ਅਨੁਸਾਰ ਸੇਵਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿਣਗੇ। ਜੋ ਸਾਡੀ ਰੰਗਰੇਟਾ ਦਲ ਦੇ ਜੋ ਸੀਨੀਅਰ ਆਗੂਆਂ ਦੇ ਆਦੇਸ਼ਾਂ ਅਨੁਸਾਰ ਇਸ ਦਲ ਦੇ ਸਰਪ੍ਰਸਤ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਔਰ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਜੀ ਮਾਨ, ਚੇਅਰਮੈਨ ਐਗਰੋ ਇੰਡਸਟਰੀ ਪੰਜਾਬ, ਔਰ ਪੰਜਾਬ ਪ੍ਰਧਾਨ ਅਵਤਾਰ ਸਿੰਘ ਜੀ ਖਾਲਸਾ, ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਲੁਧਿਆਣੇ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਟੀਮਾਂ ਤਿਆਰ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਸਮਾਜ ਨੂੰ ਐਸੀ ਦਲਿਤ ਭਾਈਚਾਰੇ ਨੂੰ ਦਿੱਕਤਾਂ ਆਉਂਦੀਆਂ ਨੇ, ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਜੋ ਸਾਨੂੰ ਦਿੱਕਤਾਂ ਆ ਰਹੀਆਂ ਨੇ। ਆਪਾਂ ਤਾਂ ਸੇਵਾ ਕਰਨੀ ਹੈ ਜੀ, ਸੇਵਾ ਕਰਨ ਵਾਸਤੇ ਆਏ ਹਾਂ ਜੀ। ਜੋ ਵੀ ਕੋਈ ਸੇਵਾ ਲਾਊਗਾ ਉਹ ਕਰਾਂਗੇ, ਹਰ ਕਿਸੇ ਦੇ ਨਾਲ ਖੜਾਂਗੇ, ਜਿੱਦਾਂ ਦਾ ਵੀ ਅੱਗੇ ਹੁਕਮ ਹੋਊਗਾ ਉਹ ਕੰਮ ਕੀਤਾ ਜਾਊਗਾ। ਯੂਨਾਈਟਿਡ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਵੱਲੋਂ ਇਹ ਕੈਂਪ ਲਗਾਇਆ ਗਿਆ। ਐਸੋਸੀਏਸ਼ਨ ਦੇ ਵੱਲੋਂ ਇਹ ਕੈਂਪ ਉਦਮ ਕਾਰਡ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਲਗਾਇਆ ਗਿਆ। ਇਸ ਕਾਰਡ ਦੇ ਲਈ ਕੋਈ ਵੀ ਐਕਸਟਰਾ ਚਾਰਜ ਨਹੀਂ ਕੀਤਾ ਗਿਆ। ਸੋਸ਼ਲ ਇਕਨੋਮਿਕ ਪ੍ਰੋਫਾਈਲਿੰਗ ਦਾ ਸ਼ੁਰੂ ਕੀਤਾ ਹੈ, ਇਹਦੇ ਵਿੱਚ ਉਹਨਾਂ ਦਾ ਫੈਮਿਲੀ ਦਾ ਡਾਟਾਬੇਸ ਬਣ ਰਿਹਾ। ਉਸ ਫੈਮਿਲੀ ਦੇ ਡਾਟਾਬੇਸ ਦੇ ਵਿੱਚ ਤੁਹਾਡਾ ਉਹਨਾਂ ਦਾ ਏਜ, ਉਹਦੇ ਫਾਦਰ ਮਦਰ ਅਤੇ ਉਹਨਾਂ ਦੇ ਕੀ ਚਾਹੇ ਉਹਨਾਂ ਦਾ ਅਕਾਊਂਟ ਹੈਗਾ ਜਾਂ ਉਹਨਾਂ ਕੋਲ ਰਾਸ਼ਨ ਕਾਰਡ ਹੈਗਾ ਕਿ ਨਹੀਂ ਹੈਗਾ, ਅੰਸ਼ੁਮਾਨ ਭਾਰਤ ਦੇ ਵਿੱਚ ਜੁੜੇ ਹੋਏ ਕਿ ਨਹੀਂ ਜੁੜੇ ਹੋਏ, ਇੱਦਾਂ ਦੇ ਕਈ ਕੁਐਸਚਨ ਹੈ ਜਿਹਦੇ ਨਾਲ ਇੱਕ ਉਹਨਾਂ ਦੀ ਐਲੀਜੀਬਿਲਿਟੀ ਸੈੱਟ ਹੋ ਜਾਏਗੀ ਅਗਲੀ ਸਕੀਮਾਂ ਦੀ। ਉਸੇ ਪੋਰਟਲ ਤੋਂ ਉਹਦਾ ਡਾਟਾਬੇਸ ਜਦ ਕੰਪਲੀਟ ਹੋਏਗਾ, ਉਸੇ ਪੋਰਟਲ 'ਤੇ ਸਾਨੂੰ ਉਹਦੀ ਨੰਬਰ ਆਫ ਜਿਹੜੀ ਸਕੀਮਸ ਹੈ ਸੈਂਟਰਲ ਗੌਰਮੈਂਟ ਦੀ ਜਾਂ ਸਟੇਟ ਗੌਰਮੈਂਟ ਦੀ
ਉੱਥੋਂ ਜੀ ਐਲੀਜੀਬਿਲਟੀ ਉਹਦੀ ਕਲੀਅਰ ਹੋ ਜਾਏਗੀ ਕਿ ਅਸੀਂ ਬਾਅਦ 'ਚ ਉਹਦੇ ਵੱਖ-ਵੱਖ ਡਿਪਾਰਟਮੈਂਟ ਜਿੱਦਾਂ ਕਿ ਤੁਸੀਂ ਆ ਦੇਖਿਆ ਇਹ ਪੂਰਾ ਪਲੇਟਫਾਰਮ ਬਣਾਇਆ ਜਿਸ 'ਚ ਸਾਰੇ ਫੂਡ ਸਪਲਾਈ ਦੇ, ਐਜੂਕੇਸ਼ਨ ਡਿਪਾਰਟਮੈਂਟ, ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਵੂਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ, ਇਹਨਾਂ ਤੋਂ ਸਾਰੇ ਤੇ ਬੈਂਕਿੰਗ ਸੈਕਟਰ ਤੋਂ ਵੀ ਆਏ ਹੋਏ ਨੇ। ਇਹਨਾਂ ਨੇ ਉਹਨਾਂ ਨੇ ਵੱਖ-ਵੱਖ ਸਕੀਮਾਂ ਦੇ ਹਿਸਾਬ ਨਾਲ ਉਹਨਾਂ ਨੂੰ ਐਨਰੋਲ ਕੀਤਾ। ਅੱਜ ਅਸੀਂ ਇੱਥੇ ਕੈਂਪ ਲਗਵਾ ਰਹੇ ਹਾਂ ਜੀ MSME ਦਾ ਉੱਤਮ ਕਾਰਡ, ਜਿਹੜਾ ਕਿ ਉਦਯੋਗ ਆਧਾਰ ਕਾਰਡ ਦਾ ਰਿਪਲੇਸਮੈਂਟ ਕਾਰਡ ਬਣੇਗਾ। ਕੋਈ ਇਹਦੇ 'ਚ ਐਕਸਟਰਾ ਚਾਰजेस ਨਹੀਂ ਲੱਗਣਗੇ। ਫਸਟ ਆਫ ਆਲ ਇਹ ਮੈਂ ਦੱਸਣਾ ਚਾਹੁੰਦਾ ਸਾਰੇ ਮਿੱਤਰਾਂ ਨੂੰ, ਸਾਰੇ ਦੋਸਤਾਂ ਨੂੰ, ਇਹ ਹੁਣ ਟਰਨਓਵਰ ਵਾਈਜ਼ ਡਿਸਾਈਡ ਕੀਤਾ ਜਾਏਗਾ ਵੀ ਇੰਡਸਟਰੀ ਕਿਹੜੀ ਕੈਟਾਗਰੀ 'ਚ ਆ ਰਹੀ ਹੈ। ਜਿਵੇਂ ਕੋਈ ਮਾਈਕਰੋ ਵਾਲੀ ਦੀ ਟਰਨਓਵਰ ਵੱਧ ਗਈ, ਉਹ ਸਮਾਲ ਸਕੇਲ 'ਚ ਆ ਸਕਦੀ ਹੈ। ਇੱਦਾਂ ਹੀ ਇਸ ਕੈਟਾਗਰੀ ਚੇਂਜ ਕਰਕੇ ਸਰਕਾਰ ਦੀ ਨਵੀਂ ਸਕੀਮ ਦੇ ਆਧਾਰ 'ਤੇ ਨਵਾਂ ਕਾਰਡ ਬਣਿਆ। ਔਰ ਯੂਨਾਈਟਿਡ ਸਾਈਕਲ ਪਾਰਟਸ ਹਮੇਸ਼ਾ ਦੀ ਤਰ੍ਹਾਂ ਇਹ ਅੱਗੇ ਵੱਧ ਕੇ ਸਾਰੇ ਮੈਂਬਰਾਂ ਦੇ ਹੱਕ ਵਿੱਚ, ਫਾਇਦੇ ਵਿੱਚ ਇਹ ਕੈਂਪ ਲਗਵਾ ਰਹੇ ਆ, ਸੋ ਦੈਟ ਕਿਸੇ ਨੂੰ ਤਕਲੀਫ ਨਾ ਆਏ, ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ। ਇੱਥੇ ਆ ਕੇ ਆਪਣੇ ਰਜਿਸਟ੍ਰੇਸ਼ਨ ਕਰਾਓ। ਚੈੱਕ ਲਿਸਟ ਆਲਰੇਡੀ ਸਭ ਨੂੰ ਦੇਤੀ ਹੋਈ ਹੈ, ਹੋਰਡਿੰਗ ਲਗਵਾਈ ਹੋਈ ਹੈ, ਮੈਸੇਜ ਪਾਇਆ ਹੋਇਆ ਹੈ। ਫਿਰ ਵੀ ਕਿਸੇ ਨੂੰ ਕੋਈ ਗੱਲਬਾਤ ਹੈ, ਕੋਈ ਦਿੱਕਤ ਹੈ, ਇੱਥੇ ਅਸੀਂ ਬੈਠੇ ਹਾਂ, ਸਾਨੂੰ ਆ ਕੇ ਮਿਲਣ। ਆਫੀਸਰ ਸਾਹਿਬਾਨ ਬੈਠੇ ਨੇ, ਅਸੀਂ ਸਾਰਿਆਂ ਨੇ ਬੈਠ ਕੇ ਇਹਨਾਂ ਦੇ ਕਾਰਡ ਕਨਵਰਟ ਕਰਾ ਕੇ ਉੱਦਮ ਕਾਰਡ ਦੇ ਵਿੱਚ ਇਹਨਾਂ ਦੀ ਰਜਿਸਟ੍ਰੇਸ਼ਨ ਚੇਂਜ ਕਰਵਾ। ਲੁਧਿਆਣਾ ਈਸਟ ਤੋਂ MLA ਸੰਜੇ ਤਲਵਾਰ ਦੀ ਪਤਨੀ ਮੀਨੂ ਤਲਵਾਰ ਦਾ ਦੇਹਾਂਤ ਹੋ ਗਿਆ ਹੈ। ਦੁਪਹਿਰ 2 ਵਜੇ ਉਹਨਾਂ ਦੀ ਪੁਰਾਣੀ ਗਊਸ਼ਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਇਲਾਕੇ ਦੀਆਂ ਵੱਡੀਆਂ ਸਿਆਸੀ ਸ਼ਖਸੀਅਤਾਂ ਮੌਜੂਦ ਸਨ। ਸਿਆਸੀ ਹਲਕਿਆਂ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਦੁੱਖ ਦੀ ਲਹਿਰ ਹੈ। ਸ਼੍ਰੀ ਗੁਰੂ ਰਵਿਦਾਸ ਨੌਜਵਾਨ ਕਲੱਬ ਦੇ ਨੌਜਵਾਨਾਂ ਵੱਲੋਂ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸੁਮੇ ਸਿੰਘ ਬਿਰਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਲਈ ਲਾਗੂ ਕੀਤੀਆਂ ਨੀਤੀਆਂ ਅਤੇ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਲਾਂ ਤੇ ਸੁਮੇ ਸਿੰਘ ਬਿਰਲਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਵੱਲੋਂ ਲਾਗੂ ਕੀਤੇ ਦਲਿਤ ਭਾਈਚਾਰੇ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਹੀ ਉਹਨਾਂ ਦਾ ਏਜੰਡਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਈ ਬੱਚਿਆਂ ਨੂੰ ਸਕਾਲਰਸ਼ਿਪ ਵੰਡੀ ਗਈ ਹੈ। ਜੇਕਰ ਕਿਸੇ ਨੂੰ ਕਿਸੇ ਕਾਰਨ ਸਕਾਲਰਸ਼ਿਪ ਨਹੀਂ ਮਿਲੀ ਤਾਂ ਉਹ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦਾ ਹੈ। ਸਭ ਤੋਂ ਪਹਿਲੇ ਤਾਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਕਾਂਗਰਸ ਪਾਰਟੀ ਦੇ ਕਾਰਜਕਰਤਾ ਨੂੰ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ, ਉਹਨੂੰ ਇੱਥੇ ਬੁਲਾ ਕੇ ਮੇਰਾ ਸਨਮਾਨ ਕੀਤਾ। ਤੇ ਮੈਂ ਇਹਨਾਂ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਜਿਹੜੀਆਂ ਉਹਨਾਂ ਦੀ ਦਲਿਤ ਸਮਾਜ ਵਾਸਤੇ ਪਾਲਿਸੀਆਂ ਹੈ ਉਹਨਾਂ ਨੂੰ ਲਾਗੂ ਕਰਾਊਂਗਾ ਤੇ ਜਿਹੜੇ ਦਲਿਤ ਸਮਾਜ ਦੇ ਬੈਨੀਫਿਟ ਨੇ ਸਰਕਾਰ ਦੁਆਰਾ ਦਿੱਤੇ ਜਾਂਦੇ ਇਹਨਾਂ ਦੇ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਇਹੀ ਮੇਰਾ ਏਜੰਡਾ ਹੈ। ਸਾਡੇ ਨਵ ਨਿਯੁਕਤ ਜਿਹੜੇ ਸਮੇ ਸਿੰਘ ਬਿਰਲਾ ਜੀ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਉਹਨਾਂ ਨੂੰ ਲਾਇਆ, ਬਹੁਤ ਹੀ ਖੁਸ਼ੀ ਦੀ ਗੱਲ ਹੈ। ਸਿਰਫ ਦਲਿਤ ਸਮਾਜ ਦੇ ਵਿੱਚ ਨਹੀਂ ਬਲਕਿ ਆਮ ਲੋਕਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ, ਕਿਉਂਕਿ ਸਮੇ ਸਿੰਘ ਬਿਰਲਾ ਜੀ ਜਿਹੜੇ ਉਹ ਜ਼ਮੀਨੀ ਤੌਰ ਤੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਨੇ। ਉਹਨਾਂ ਨੂੰ ਇਹ ਮਾਨ ਸਨਮਾਨ ਮਿਲਿਆ ਹੈ। ਇਹ ਇਹਨਾਂ ਦੀ ਮੂੰਹੋਂ ਦੀ ਗੱਲ ਹੈ ਕਿ ਮੈਂ ਨਹੀਂ ਬਣਿਆ ਬਲਕਿ ਮੇਰਾ ਸਾਰਾ ਦਲਿਤ ਸਮਾਜ ਹੀ ਚੇਅਰਮੈਨ ਹੈ। ਬਹੁਤ ਖੁਸ਼ੀ ਹੋਈ ਇਸ ਗੱਲ ਨੂੰ ਸੁਣ ਕੇ ਔਰ ਮੈਨੂੰ ਉਮੀਦ ਹੈ ਕਿ ਦਲਿਤ ਸਮਾਜ ਨੂੰ ਜੋ ਵੀ ਪਰੇਸ਼ਾਨੀ ਆ ਰਹੀ ਨੇ, ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਹੋਵੇ, ਚਾਹੇ ਸ਼ਗਨ ਸਕੀਮ ਹੋਵੇ ਜਾਂ ਚਾਹੇ ਕੋਈ ਐਜੂਕੇਸ਼ਨ ਦੀ ਕੋਈ ਦਿੱਕਤ ਆ ਰਹੀ ਹੈ, ਇਹ ਇਹਨੂੰ ਹੱਲ ਕਰਨਗੇ। ਤੇ ਆਓ ਹੁਣ ਜਾਣਦੇ ਹਾਂ ਬਜਟ ਦੇ ਬਾਰੇ ਵੱਖੋ ਵੱਖਰੇ ਸਿਆਸੀ ਤੇ ਆਰਥਿਕ ਮਾਹਰਾਂ ਦਾ ਕੀ ਕਹਿਣਾ ਹੈ। ਕੇਂਦਰ ਦੀ ਸੱਤਾਧਾਰੀ ਸਰਕਾਰ ਵੱਲੋਂ ਉਹ ਆਪਣਾ ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ, ਬਜਟ ਦੇ ਵਿੱਚ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸੀ। ਕਈ ਤਰ੍ਹਾਂ ਦੇ ਜਿਹੜੀਆਂ ਰਾਹਤਾਂ ਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਇਨਕਮ ਟੈਕਸ ਦੇ ਵਿੱਚ ਛੋਟ ਮਿਲਣ ਦੀ, ਜਾਂ ਜਿਹੜੀ ਕਰੋਨਾ ਕਾਲ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਸਰਕਾਰ ਤੋਂ ਬੜੀ ਉਮੀਦ ਸੀਗੀ। ਲੇਕਿਨ ਕਿਸ ਤਰ੍ਹਾਂ ਦਾ ਬਜਟ ਆਇਆ, ਕਈ ਲੋਕਾਂ ਵੱਲੋਂ ਇਹ ਹਾਂ ਪੱਕੀ ਹੈ, ਕਈ ਲੋਕਾਂ ਵੱਲੋਂ ਨਾ ਪੱਕੀ ਹੈ। ਇਸ ਬਜਟ ਸੰਬੰਧੀ ਖਾਸ ਗੱਲਬਾਤ ਕਰਾਂਗੇ ਮਾਹਰਾਂ ਦੇ ਨਾਲ, ਸੌਖੇ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੁ ਆਮ ਆਦਮੀ ਦੀ ਜੇਬ ਤੇ ਅਸਰ ਪਵੇਗਾ, ਕੀ ਇੰਡਸਟਰੀ ਦਾ ਕਾਰੋਬਾਰ ਜਿਹੜਾ ਹੈਗਾ ਹੋਰ ਵਧੇਗਾ ਜਾਂ ਨਹੀਂ ਵਧੇ। ਇਸ ਸੰਬੰਧੀ ਗੱਲ ਕਰਾਂਗੇ ਰਜੀਵ ਸ਼ਰਮਾ ਜੀ ਨਾਲ। ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਬੜੇ ਸਾਲਾਂ ਬਾਅਦ ਇਹ ਕਹਿ ਸਕਦਾ ਹਾਂ ਕਿ ਅੱਜ ਦਾ ਬਜਟ ਬੜਾ ਸੰਤੁਲਿਤ ਬਜਟ ਪੇਸ਼ ਕੀਤਾ ਗਿਆ ਹੈ। ਅਸੀਂ ਬਜਟ ਨੂੰ ਦੋ ਪੱਖਾਂ ਨਾਲ ਦੇਖਦੇ ਹਾਂ। ਇੱਕ ਹੈ ਆਮ ਆਦਮੀ ਦੇ ਤੌਰ ਤੇ ਕਿ ਰਜੀਵ ਸ਼ਰਮਾ ਨੂੰ ਇਸ ਬਜਟ ਦਾ ਕੀ ਫਰਕ ਪੈਂਦਾ ਹੈ, ਇੱਕ ਹੈ ਕਿ ਰਜੀਵ ਸ਼ਰਮਾ ਦਾ ਦੇਸ਼ ਭਾਰਤ ਦੇਸ਼ ਨੂੰ ਇਸ ਬਜਟ ਦਾ ਕੀ ਫਰਕ ਪੈਂਦਾ ਹੈ। ਜੇ ਮੈਂ ਦੇਖਾਂ ਤਾਂ ਸੰਤੁਲਨ ਦੇ ਹਿਸਾਬ ਨਾਲ ਸਭ ਤੋਂ ਵਧੀਆ ਗੱਲ ਜਿਹੜੀ ਬੈਸਟ ਪਾਲਿਸੀ ਜਿਹੜੀ ਅਪਣਾਈ ਗਈ ਹੈ, ਕੈਪੀਟਲ ਐਕਸਪੈਂਡੀਚਰ ਜਿਹੜਾ ਸਰਕਾਰ ਨੇ, ਯੂਨੀਅਨ ਨੇ ਇਨਫਰਾਸਟ੍ਰਕਚਰ ਔਰ ਹਰੇਕ ਹਿੱਸੇ ਦੇ ਵਿੱਚ ਜਿਹੜੀ ਕੈਪੀਟਲ ਇਨਵੈਸਟਮੈਂਟ ਕਰਨੀ, ਜਿਹੜੀ ਮੁੱਢਲੀ ਅਸੀਂ ਜਾਨ ਕਹਿੰਦੇ ਕਿਸੇ ਇਕਨੋਮਿਕਸ ਦੀ,
ਉਹਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਬਹੁਤ ਵਧੀਆ 34.5% ਦਾ ਵਾਧਾ ਕੀਤਾ ਗਿਆ, ਜਿਹੜਾ ਨਾਰਮਲੀ ਅਸੀਂ ਸੋਚ ਰਹੇ ਸੀ 15-17% ਪਿਛਲੇ ਸਾਲਾਂ ਨਾਲੋਂ ਹੋਏਗਾ। ਇਹ ਜਿਹੜਾ ਵਾਧਾ ਕੀ ਕਰੇਗਾ ਕਿ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ, ਕੰਜ਼ੰਪਸ਼ਨ ਪੈਦਾ ਹੋਏਗੀ। ਭਾਰਤ ਦੇਸ਼ ਦੀ ਆਬਾਦੀ ਇੰਨੀ ਹੋਣ ਦੇ ਕਾਰਨ ਸਾਡੀ ਇੱਕ ਕੰਜ਼ੰਪਸ਼ਨ ਇਕਨੋਮੀ ਹੈ, ਜਿਹਦੇ ਵਿੱਚ ਖਪਤ ਦੇ ਕਾਰਨ ਹੀ ਅਸੀਂ ਬਚੇ ਹੋਏ ਹਾਂ। ਤੇ ਅਸੀਂ ਦੇਖਿਆ ਕਿ ਇਹਦਾ ਬੜਾ ਭਰਵਾਂ ਹੁੰਗਾਰਾ ਸਟਾਕ ਐਕਸਚੇਂਜ ਨੇ ਵੀ ਦਿੱਤਾ ਹੈ ਤੇ ਕੈਪੀਟਲ ਐਕਸਪੈਂਡੀਚਰ ਵਧਣ ਨਾਲ ਇਹ ਬਜਟ ਬਹੁਤ ਵਧੀਆ ਹੈ। ਇਸੇ ਤਰੀਕੇ ਨਾਲ ਜਿਹੜਾ ਟੋਟਲ ਐਕਸਪੈਂਡੀਚਰ ਹੈ, ਜਿਹੜਾ ਰੈਵਨਿਊ ਪਲੱਸ ਕੈਪੀਟਲ, ਉਹ ਵੀ ਤਕਰੀਬਨ 7 ਲੱਖ ਕਰੋੜ ਦੇ ਹਿਸਾਬ ਨਾਲ ਵਧਾਇਆ ਹੈ, ਵੱਧ ਹੈ ਸਾਡੀ ਐਕਸਪੈਕਟੇਸ਼ਨ ਤੋਂ। ਇਸੇ ਤਰੀਕੇ ਨਾਲ ਸਟੇਟਸ ਨੂੰ ਜਿਹੜੇ ਫੰਡ ਜਾਣੇ ਚਾਹੀਦੇ ਨੇ, ਉਹਦੇ ਵਿੱਚ ਮੈਂ ਕਹਾਂਗਾ ਕਿ ਸਟੇਟਸ ਨੂੰ ਫੰਡ ਦੇਣ 'ਚ ਕੋਈ ਵੀ ਉਣਤਾਈ ਨਾ ਕੀਤੀ ਜਾਵੇ, ਕਿਉਂਕਿ ਕੇਂਦਰ ਔਰ ਰਾਜ ਇਹ ਦੋਨੋਂ ਇਕਨੋਮੀ ਦੇ ਪਹੀਏ ਨੇ। ਜੇ ਦੋਨੋਂ ਪਾਸੇ ਹੀ ਫੰਡ ਦਾ ਫਲੋ ਸਹੀ ਹੋਏਗਾ, ਚਾਹੇ ਗੈਰ ਕੇਂਦਰ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ, ਚਾਹੇ ਕਾਂਗਰਸ ਦੀ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੈ, ਥੋੜੀ ਜਿਹੀ ਪਾਲਿਸੀ ਬੜੇ ਅੱਛੇ ਤਰੀਕੇ ਨਾਲ ਇੰਪਲੀਮੈਂਟ ਕੀਤੀ ਜਾਵੇ ਕਿ ਰਾਜਾਂ ਦਾ ਹੱਕ ਇੰਪਲੀਮੈਂਟੇਸ਼ਨ ਦੇ ਵਿੱਚ ਇਸ ਤਰ੍ਹਾਂ ਦਿੱਤਾ ਜਾਵੇ ਕਿ ਉਹਨਾਂ ਦਾ ਬਣਦਾ GST ਦਾ ਹਿੱਸਾ, ਕੰਸੋਲੀਡੇਟਿਡ ਫੰਡ ਦੇ ਵਿੱਚੋਂ ਟੈਕਸਾਂ ਦਾ ਹਿੱਸਾ ਫਟਾਫਟ ਟ੍ਰਾਂਸਫਰ ਕੀਤਾ ਜਾਵੇ। ਜੇ ਰਾਜ ਤੇ ਕੇਂਦਰ ਮਿਲ ਕੇ ਕੰਮ ਕਰਨ ਤਾਂ ਅਸੀਂ ਦੇਖਾਂਗੇ ਪੋਸਟ ਕੋਵਿਡ ਜਿਹੜਾ ਵੀ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ, ਉਹ ਤੋਂ ਅਸੀਂ ਬੜੇ ਵਧੀਆ ਤਰੀਕੇ ਨਾਲ ਬਾਹਰ ਆ ਜਾਵਾਂਗੇ। ਅਸੀਂ ਐਕਸਪੈਕਟ ਕਰ ਰਹੇ ਸੀਗੇ ਕਿ ਕਿਤੇ ਨਾ ਕਿਤੇ ਇਕਨੋਮੀ ਵੀਕ ਹੋਣ ਦੇ ਕਾਰਨ ਕਿਤੇ ਕੋਈ ਕੋਵਿਡ ਸੈਸ, ਕੋਵਿਡ ਟੈਕਸ ਟਾਈਪ ਦਾ ਕੋਈ ਟੈਕਸ ਨਾ ਲਗਾ ਦਿੱਤਾ ਜਾਵੇ, ਪਰ ਉਹਨੂੰ ਵੀ ਨਹੀਂ ਲਗਾਇਆ ਗਿਆ। ਹੁਣ ਟੈਕਸ ਕਿਸ ਤਰ੍ਹਾਂ ਆਏਗਾ? ਜਦੋਂ ਕੰਜ਼ੰਪਸ਼ਨ ਵਧੇਗੀ ਤਾਂ ਪਬਲਿਕ ਦਾ ਹਰ ਇਨਸਾਨ ਕੁਛ ਨਾ ਕੁਛ ਖਰੀਦਣ ਵੇਲੇ ਕੋਈ ਨਾ ਕੋਈ ਟੈਕਸ ਦੇਗਾ, ਚਾਹੇ ਉਹ GST ਹੈ, ਚਾਹੇ ਇੰਪੋਰਟ ਤੇ ਕਸਟਮ ਦੇ ਤੌਰ ਤੇ ਦਿੰਦਾ, ਉਹ ਟੈਕਸਿਸ ਨਾਲ ਇਕਨੋਮੀ ਅੱਗੇ ਵਧੇਗੀ। ਡਾਇਰੈਕਟ ਟੈਕਸ ਦੇ ਵਿੱਚ ਮੈਂ ਕਹਾਂ ਕੋਈ ਪਰਿਵਰਤਨ ਨਹੀਂ ਕੀਤਾ ਗਿਆ। ਚਲੋ ਠੀਕ ਹੈ, ਆਮ ਆਦਮੀ ਤੋਂ ਇੰਨੀ ਕੁ ਐਕਸਪੈਕਟੇਸ਼ਨ ਕੀਤੀ ਜਾ ਸਕਦੀ ਹੈ ਕਿ ਆਪਣੇ ਕਰ ਦੀਆਂ ਦਰਾਂ ਉਹੀ ਰੱਖੀਆਂ ਜਾਣ। ਇੱਕ ਬਹੁਤ ਵਧੀਆ ਚੇਂਜ ਮੈਂ ਕਹਾਂਗਾ, ਸੀਨੀਅਰ ਸਿਟੀਜ਼ਨ ਸਾਡੇ ਜਿਹੜੇ ਵਰਿਸ਼ਠ ਨਾਗਰਿਕ ਜਿਨ੍ਹਾਂ ਦੀ ਉਮਰ 1/4/21 ਤੋਂ ਬਾਅਦ ਸਾਲ ਦੇ ਕਿਸੇ ਵੀ ਦਿਨ 75 ਸਾਲ ਤੋਂ ਉੱਪਰ ਹੋ ਜਾਏਗੀ। ਮੇਰੇ ਖਿਆਲ ਦੇ ਵਿੱਚ 1 ਅਪ੍ਰੈਲ 1946 ਤੋਂ ਪਹਿਲਾਂ ਜਨਮ ਲਏ ਹੋਏ ਸਾਰੇ ਵਿਅਕਤੀ, ਜੇ ਉਹਨਾਂ ਦੀ ਆਮਦਨ ਸਿਰਫ ਵਿਆਜ ਔਰ ਪੈਨਸ਼ਨ ਤੋਂ ਹੈ ਔਰ ਉਹਨਾਂ ਦਾ ਵਿਆਜ ਔਰ ਪੈਨਸ਼ਨ ਇੱਕੋ ਬੈਂਕ ਦੇ ਵਿੱਚ ਆਉਂਦਾ ਹੈ, ਤਾਂ ਇੱਕ ਸਰਲ ਫਾਰਮ, ਉਹ ਸਧਾਰਨ ਫਾਰਮ ਆਪਣੇ ਬੈਂਕ ਵਾਲਿਆਂ ਨੂੰ ਦੇਣਗੇ ਉਸੇ ਬੈਂਕ ਦੇ ਵਿੱਚ ਕਿ ਸਾਡੀ ਆਮਦਨ ਪੈਨਸ਼ਨ ਦੀ ਇੰਨੀ ਹੈ, ਵਿਆਜ ਦੀ ਇੰਨੀ ਹੈ, ਤਾਂ ਬੈਂਕ ਅਧਿਕਾਰੀ ਉਹਨਾਂ ਦਾ ਬਣਦਾ ਟੈਕਸ ਕੱਟ ਕੇ ਜਮ੍ਹਾਂ ਕਰਾ ਦੇਣਗੇ ਤੇ ਉਹਨਾਂ ਨੂੰ ਰਿਟਰਨ ਭਰਨ ਦੀ ਜ਼ਰੂਰਤ ਨਹੀਂ ਹੋਏਗੀ। ਇਹ ਮੈਂ ਦੇਖਾਂਗਾ ਕਿ ਅਸੀਂ ਵੀ ਆਪਣੇ ਆਫਿਸਿਸ ਦੇ ਵਿੱਚ ਐਡਵੋਕੇਟਸ, CAs ਰਿਟਰਨਸ ਭਰਦੇ ਹਾਂ ਤਾਂ ਵਰਿਸ਼ਠ ਨਾਗਰਿਕਾਂ ਨੂੰ ਆਪਣੇ ਪੇਪਰਸ ਕਲੈਕਟ ਕਰਨ 'ਚ, ਬੈਂਕ ਆਉਣ 'ਚ ਬਹੁਤ ਪ੍ਰੋਬਲਮ ਆਉਂਦੀ ਹੈ। ਟੈਕਸ ਉਹਨਾਂ ਨੇ ਦਿੱਤਾ ਹੀ ਹੁੰਦਾ ਹੈ। ਤੇ ਗੱਲ ਰਹੀ ਰਿਫੰਡ ਦੀ, ਮੇਰਾ ਖਿਆਲ ਇਹ ਹੈ ਕਿ ਟੈਕਸ ਓਨਾ ਹੀ ਬਣਦਾ ਕੱਟਿਆ ਜਾਏਗਾ ਜਿੰਨਾ ਉਹਨਾਂ ਦੀ ਆਮਦਨ ਤੇ ਬਣਦਾ, ਤਾਂ ਰਿਫੰਡ ਦੇ ਚੱਕਰ ਤੋਂ ਵੀ ਉਹ ਨਿਜਾਤ ਪਾ ਲੈਣਗੇ। ਤੇ ਇਹ ਬੜਾ ਆਮ ਵਰਿਸ਼ਠ ਨਾਗਰਿਕਾਂ ਲਈ ਬੜਾ ਵਧੀਆ ਇੱਕ ਚੇਂਜ ਲਿਆਂਦਾ ਕਿ ਹੈਲਥ ਸੈਕਟਰ 'ਚ ਵੀ ਵੱਡਾ ਇੱਕ ਗੱਲ ਕੀਤੀ ਗਈ, ਉਹਦਾ ਵੀ ਬਜਟ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਇੰਡਸਟਰੀ ਨੂੰ ਉਮੀਦ ਸੀ ਕੁਛ ਨਾ ਕੁਛ ਉਹਨਾਂ ਨੂੰ ਰਾਹਤ ਮਿਲੂਗੀ, ਉਹ ਕੁਛ ਨਹੀਂ ਮਿਲੀ। ਇੰਡਸਟਰੀ ਇਸ ਵੱਲੋਂ ਕਾਫੀ ਜਿਹੜੀ ਦੁਖੀ ਲੱਗ ਰਹੀ ਆ। ਆਮ ਬੰਦਿਆਂ ਨੂੰ ਸੀਗਾ ਵੀ ਜਿਹੜਾ ਹੈਗਾ ਕੁਛ ਟੈਕਸ ਤੇ ਰਾਹਤ ਹੋਊਗੀ ਤੇ ਘਰੇਲੂ ਸਮਾਨ ਸਸਤਾ ਹੋਊਗਾ, ਲੇਕਿਨ ਪਰ ਇਸ ਤਰ੍ਹਾਂ ਦਾ ਕੁਛ ਸਾਹਮਣੇ ਨਹੀਂ ਆਇਆ। ਮੈਂ ਇਹਦੇ ਵਿੱਚ ਇੱਕ ਦੇਖਦਾ ਕਿ ਆਈਟਮ ਵਾਈਜ਼ ਜੇ ਅਸੀਂ ਟੈਕਸਾਂ ਦੀ ਗੱਲ ਕਰੀਏ ਤਾਂ ਕਸਟਮ ਡਿਊਟੀ ਦੇ ਰੇਟਸ ਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸਿਕਲੀ ਕੀ ਹੈ ਕਿ ਸਾਡੀ ਲੁਧਿਆਣੇ ਦੀ ਅਸੀਂ ਖਾਸ ਕਰ ਸਮੱਸਿਆ ਦੇਖੀ ਕਿ ਰਾ ਮਟੀਰੀਅਲ ਦੇ ਪ੍ਰਾਈਸ ਬੜੇ ਇਨਕਰੀਜ਼ ਕਰ ਰਹੇ ਨੇ। ਮੈਂ ਸਵੇਰੇ ਦੇਖ ਰਿਹਾ ਨਾਈਲੋਨ ਬੇਸਡ ਕੁਝ ਪ੍ਰੋਡਕਟਸ ਦੀ ਕਸਟਮ ਡਿਊਟੀ ਨੂੰ ਰੈਸ਼ਨਲਾਈਜ਼ ਕੀਤਾ ਗਿਆ ਹੈ। ਮੈਟਾਲਰਜੀਕਲ ਕੁਝ ਪ੍ਰੋਡਕਟਸ ਨੇ, ਐਲੋਇਜ਼, ਉਹਨਾਂ ਦੇ ਕੁਝ ਆਈਟਮ ਦੇ ਉੱਤੇ ਕਸਟਮ ਡਿਊਟੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਮੇਰਾ ਵਿਅਕਤੀਗਤ ਮੰਨਣਾ ਇਹ ਹੈ ਕਿ ਬਿਜਲੀ ਦਾ ਸਸਤਾ ਹੋਣਾ ਇੰਡਸਟਰੀ ਨੂੰ ਬਹੁਤ ਫਾਇਦਾ ਪਹੁੰਚਾਉਂਦਾ ਹੈ। ਤੇ ਇਕੱਲਾ ਕੇਂਦਰ ਸਰਕਾਰ ਨਹੀਂ, ਕੇਂਦਰ ਔਰ ਰਾਜ, ਇਹ ਦੋਨਾਂ ਸਰਕਾਰਾਂ ਨੂੰ ਇੰਡਸਟਰੀ ਲਈ ਬਹੁਤ ਕੰਮ ਕਰਨਾ ਪਏਗਾ। ਇਨਫਰਾਸਟ੍ਰਕਚਰ ਕੇਂਦਰ ਸਰਕਾਰ ਜੇ ਖਰਚਾ ਕਰ ਰਹੀ ਹੈ ਤਾਂ ਸਾਡਾ ਕੰਜੈਨੀਅਲ ਐਨਵਾਇਰਨਮੈਂਟ ਹੋਏਗਾ। ਮੈਂ ਹਮੇਸ਼ਾ ਕਹਿੰਦਾ ਕਿ ਇਕੱਲੇ ਫਿਸਕਲ ਮੇਜਰ ਜਿਹੜੇ ਵਿੱਤੀ ਸੰਸਾਧਨ ਹੀ ਕੇਵਲ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੀ ਨਹੀਂ ਵਾਧਾ ਕਰਦੇ, ਬਾਕੀ ਸੰਸਾਧਨ ਵੀ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਅਸੀਂ ਸ਼ੁਰੂ ਤੋਂ ਗੱਲ ਕਰ ਰਹੇ ਹਾਂ ਫਰੇਟ ਇਕੁਲਾਈਜੇਸ਼ਨ ਸਕੀਮ ਦੀ, ਵੀ ਜਿੰਨੇ ਭਾਅ ਦੇ ਉੱਤੇ ਕੱਚਾ ਮਾਲ ਲੋਹਾ ਉੜੀਸਾ ਦੇ ਕਿਸੇ ਇੰਡਸਟਰੀਲਿਸਟ ਨੂੰ ਪੈਂਦਾ, ਕੀ ਉਹਨੇ ਭਾਅ ਦੇ ਉੱਤੇ ਲੁਧਿਆਣੇ ਦੇ ਕਿਸੇ ਇੰਡਸਟਰੀ ਨੂੰ ਪੈਂਦਾ? ਉਨੀ ਕਾਸਟ ਪੈਂਦੀ ਹੈ ਉਸ ਮਾਲ ਦੀ? ਉਹ ਨਹੀਂ ਪੈਂਦੀ। ਸਾਡੇ ਕੋਲ ਪਹਿਲਾਂ ਹੀ ਰਾ ਮਟੀਰੀਅਲ ਬਹੁਤ ਮਹਿੰਗਾ ਆਉਂਦਾ ਹੈ, ਜ਼ਮੀਨਾਂ ਦੇ ਰੇਟ ਬਹੁਤ ਵੱਧ ਨੇ। ਇਹਨਾਂ ਸਾਰੇ ਕਾਰਨਾਂ ਕਰਕੇ ਮੈਂ ਦੇਖ ਰਿਹਾ ਕਿ ਸਾਡੀ ਖਾਸ ਕਰ ਪੰਜਾਬ ਦੀ ਇੰਡਸਟਰੀ ਪਿਛੜ ਰਹੀ ਹੈ।
ਬਿਲਕੁਲ ਰਾਜੀਵ ਸ਼ਰਮਾ ਜੀ ਨੇ ਦੱਸਿਆ ਕਿਸ ਤਰ੍ਹਾਂ ਨਾਲ ਬਜਟ ਲਾਹੇਵੰਦ ਆ, ਜਿਸ ਤਰ੍ਹਾਂ ਨਾਲ 75 ਸਾਲ ਦੀ ਵੱਧ ਉਮਰ ਦੇ ਨੇ ਜਿਹੜੇ ਉਹਨਾਂ ਨੂੰ ਆਈਟੀਆਰ ਦੇ ਵਿੱਚੋਂ ਐਗਜ਼ੈਂਪਟ ਕੀਤਾ ਗਿਆ, ਉਹਨਾਂ ਨੂੰ ਨਹੀਂ ਭਰਨੀ ਪਊਗੀ, ਸਿਰਫ ਜੋ ਵਿਆਜ ਜਾਂ ਉਹਨਾਂ ਨੂੰ ਪੈਨਸ਼ਨ ਤੋਂ ਟੈਕਸ ਬਣਦਾ ਉਹ ਕੁਝ ਸਾਲ ਇੱਕ ਫਾਰਮ ਭਰਨਾ ਪਊਗਾ। ਇਸੇ ਤਰ੍ਹਾਂ ਨਾਲ ਜਿਹੜਾ ਹੈਗਾ ਕਾਫੀ ਜਿਹੜਾ ਬਜਟ ਦੇ ਵਿੱਚ ਸਰਕਾਰ ਵੱਲੋਂ ਜਿਸ ਤਰ੍ਹਾਂ ਨਾਲ ਜਿਹੜੀ ਮਹਾਮਾਰੀ ਦੇ ਦੌਰਾਨ ਕਾਫੀ ਜਿਹੜੀ ਗਰੋਥ ਥੱਲੇ ਗਈ ਉਹਨੂੰ ਚੁੱਕਣ ਲਈ ਕਾਫੀ ਅਹਿਮ ਉਪਰਾਲੇ ਕੀਤੇ ਗਏ ਨੇ, ਲੇਕਿਨ ਕਿਤੇ ਨਾ ਕਿਤੇ ਇੰਡਸਟਰੀ ਨੂੰ ਜੋ ਆਸ ਸੀ ਉਹਨਾਂ ਨੂੰ ਨਹੀਂ ਹਲੇ ਇਹ ਕੁਝ ਪ੍ਰਾਪਤ ਹੋਇਆ। ਲੇਕਿਨ ਮਾਹਰਾਂ ਦੇ ਮੁਤਾਬਕ ਇਹ ਬਜਟ ਪਿਛਲੇ ਜਿਹੜੇ ਹੁਣ ਤੱਕ ਦੇ ਬਜਟ ਪੇਸ਼ ਕੀਤੇ ਗਏ ਉਹਨਾਂ ਨੂੰ ਬਹੁਤ ਜਿਹੜਾ ਖਾਸ ਬਜਟ ਸੀਗਾ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ। ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ। ਕੇਂਦਰੀ ਬਜਟ ਨੂੰ ਲੈ ਕੇ ਵਪਾਰੀਆਂ ਨੇ ਦਿੱਤੀ ਮਿਲੀ ਜੁਲੀ ਪ੍ਰਤੀਕਿਰਿਆ, ਕੁਝ ਵਪਾਰੀ ਖੁਸ਼ ਤੇ ਕੁਝ ਬਜਟ ਤੋਂ ਦਿਖੇ ਨਾਖੁਸ਼। ਸਟੀਲ ਵਪਾਰੀਆਂ ਤੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਮਿਲੀ ਰਾਹਤ। ਕਿਸਾਨਾਂ ਦੇ ਸਮਰਥਨ ਚ ਆਏ ਵਕੀਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ। ਦਿੱਲੀ ਚ ਲਾਪਤਾ ਕਿਸਾਨ ਪਰਿਵਾਰਾਂ ਦੀ ਮਦਦ ਦਾ ਐਲਾਨ, ਕਿਸਾਨਾਂ ਦੀ ਮੁਫਤ ਕਾਨੂੰਨੀ ਮਦਦ ਦਾ ਕੀਤਾ ਵਕੀਲਾਂ ਨੇ ਐਲਾਨ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕੱਸੀ ਕਮਰ, ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, 3 ਫਰਵਰੀ ਤੱਕ ਭਰੀਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ। ਸਿਆਸੀ ਜਗਤ ਦੇ ਵਿੱਚ ਸੋਗ ਦੀ ਲਹਿਰ, ਈਸਟ ਲੁਧਿਆਣਾ ਤੋਂ ਵਿਧਾਇਕ ਸੰਜੇ ਤਲਵਾਰ ਦੀ ਪਤਨੀ ਮੀਨੂ ਤਲਵਾਰ ਦਾ ਹੋਇਆ ਦੇਹਾਂਤ, ਦੁਪਹਿਰ 3 ਵਜੇ ਕੀਤਾ ਜਾਵੇਗਾ ਅੰਤਿਮ ਸੰਸਕਾਰ। ਲੁਧਿਆਣਾ ਖਬਰਨਾਮਾ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਫਿਰ ਤੋਂ ਮੁਲਾਕਾਤ ਹੋਵੇਗੀ। ਬਹੁਤ ਬਹੁਤ ਧੰਨਵਾਦ। ਤੇ ਜਾਂਦੇ ਜਾਂਦੇ ਇੱਕ ਜ਼ਰੂਰੀ ਜਾਣਕਾਰੀ, ਆਪਣੀ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ।